ਤੁਹਾਨੂੰ ਵਧਾਈ ਦਿੰਦਾ ਜੀ। ਤੁਹਾਡੇ ਪਰਿਵਾਰ ਇੱਕ ਮਿੰਟ ਬਹਿ ਜਾਓ ਜੀ। ਮੈਂ ਗੁਰਦੁਆਰੇ ਵੜ ਕੇ ਖੜ ਕੇ ਗੱਲ ਕਹਿਣਾ ਜੀ, ਨਾ ਤਾਂ ਮੈਂ ਅੱਜ ਝਾਕ ਕਰਾਂ ਜੀ ਕਿਸੇ ਅਹੁਦੇ ਦੀ, ਮੈਂ ਕੰਮ ਕੀਤਾ ਜੀ ਜਿਹੜੀ ਵੀ ਜਥੇਬੰਦੀ 'ਚ ਕੀਤਾ। ਤੇ ਜਿੱਦਣ ਆਪਾਂ ਇਹ ਜਥੇਬੰਦੀ ਤੁਹਾਡੀ ਬਣਾਈ ਆ, ਪਹਿਲੀ ਮੀਟਿੰਗ ਤੁਹਾਨੂੰ ਯਾਦ ਹੋਣਾ, ਆਪਾਂ 8 ਬੰਦੇ ਯੂਨੀਵਰਸਿਟੀ ਦੇ ਵਿੱਚ ਸੀਗੇ। ਆਪਣੀ ਯੂਨੀਵਰਸਿਟੀ ਦੇ ਵਿੱਚ ਜਿੱਦਣ ਅਸੀਂ ਤੁਹਾਨੂੰ ਇਹ ਕਿਹਾ ਸੀ ਤੁਸੀਂ ਤਗੜੇ ਆ, ਪੜ੍ਹੇ ਲਿਖੇ ਮੁੰਡੇ ਆ, ਪਰ ਮੇਰਾ ਕਾਰਨ ਬਣ ਗਿਆ ਪ੍ਰਧਾਨ ਜੀ ਮੁਲਕ ਦਾ। ਚੇਅਰਮੈਨ ਸਾਹਿਬ ਮੇਰੇ ਘਰੇ ਆ ਕੇ ਮੈਨੂੰ ਇਹ ਕਹਿਣ ਲੱਗੇ ਵੀ ਮੈਂ ਤੈਨੂੰ 11-12 ਸੜਕਾਂ ਦਿੱਤੀਆਂ ਤੇ ਮੇਰੇ ਕੋਲ ਪ੍ਰਧਾਨ ਜੀ ਉਹਨਾਂ ਨੂੰ ਮੋੜਿਆ ਨਹੀਂ ਗਿਆ। ਮੈਂ ਭਰਾਓ ਕੰਮ ਕੀਤਾ ਤੇ ਤੁਹਾਨੂੰ ਵਿਸ਼ਵਾਸ ਦਿਵਾਉਣਾ, ਕੱਲੇ ਬੰਦੇ ਨੂੰ ਜਿਹੜੇ ਮੇਰੇ ਇੱਥੇ ਜੀਰੇ ਦੀ 60-70 ਬੰਦੇ ਕੱਲੇ ਜੀਰੇ ਦੀ ਟੀਮ ਤਿਆਰ ਹੋਈ ਆ, ਕਦੇ ਵੀ ਕਿਸੇ ਨੂੰ ਨਹੀਂ ਮੋੜਿਆ। ਮੈਂ ਨਹੀਂ ਵੇਖਿਆ ਕਿਹੜੀ ਜਥੇਬੰਦੀ ਆ ਕਿਹੜੀ ਪਾਰਟੀ ਆ, ਮੈਂ ਕੰਮ ਕੀਤੇ ਆ। ਤੁਹਾਨੂੰ ਵਿਸ਼ਵਾਸ ਦਿਵਾਉਣਾ, ਹੁਣ ਤੱਕ ਕਿਸੇ ਤੋਂ ਪੈਸੇ ਲੈ ਕੇ ਕੰਮ ਨਹੀਂ ਕਰਿਆ, ਗੁਰੂ ਘਰੇ ਖੜੇ ਆ ਤੇ ਮੈਂ ਆਪਣੀ ਜਿੰਨੀ ਜ਼ਿੰਦਗੀ ਆ ਸਾਫ਼ ਸੁਥਰੀ ਨਿਭਾਊਂਗਾ। ਤੇ ਪਾਤਸ਼ਾਹ ਅੱਗੇ ਇਹੀ ਮੈਂ ਗੁਰੂ ਸਾਹਿਬ ਅੱਗੇ 6ਵੇਂ ਪਾਤਸ਼ਾਹ ਦਾ ਸਥਾਨ ਆ, ਇਹ ਚਿੱਟੇ ਲੀੜੇ ਐਵੇਂ ਹੀ ਰਹਿ ਜਾਣਾ। ਪਰਮਾਤਮਾ ਆਪਣੇ ਘਰੇ ਦਵੀ ਤੇ ਜਥੇਬੰਦੀਆਂ ਸਾਰੀਆਂ ਜਿੱਥੋਂ ਮੈਂ ਆਇਆ, ਮੇਰੇ ਸੱਜਣ ਮਿੱਤਰ, ਮੈਂ ਉੱਧਰ ਵੀ ਕਿਹਾ ਸੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ। ਲੰਮਾ ਸਮਾਂ ਕੰਮ ਕੀਤਾ, ਵਧਣ ਫੁੱਲਣ, ਕਿਸੇ ਦੇ ਮਾੜਾ ਮੈਂ ਕਮੈਂਟ ਨਹੀਂ ਕਰਦਾ ਵੀ ਉਹਨਾਂ ਨੇ ਆਹ ਕਿਹਾ, ਵਧੀਆ ਹੀ ਰਹੇ ਜਿੱਥੇ ਰਹੇ ਆ। ਤੇ ਮੈਂ ਹੁਣ ਆਪਣੀ ਜਥੇਬੰਦੀ ਦੀ ਇੱਥੇ ਸਾਰੀ ਪੰਜਾਬ ਜਿੰਨੀ ਪੰਜਾਬ ਕਰਦੀਆਂ ਜਥੇਬੰਦੀ ਆਈ ਆ, ਮੈਂ ਉਹਦੇ ਚਾਹੇ ਜੁਆਇਨਿੰਗ ਕੀਤੀ ਆ ਤੇ ਮੈਂ ਸਾਰਿਆਂ ਦਾ ਹੀ ਪੰਜਾਬ ਦੀ ਟੀਮ ਦਾ ਕੱਲੇ ਵਰਕਰ ਦਾ ਕੱਲੀ ਕਾਈ, ਜਿਹੜੇ ਪਿੰਡ ਦੀ ਕਾਈਆਂ ਨਵੀਆਂ ਪੁਰਾਣੀਆਂ, ਭਰਾਓ ਤਗੜੇ ਹੋ ਕੇ ਤੁਹਾਡੀ ਇਹ ਸਰਕਾਰ ਆ, ਵੱਡੇ ਕੰਮ ਤੁਹਾਨੂੰ ਪਤਾ। ਆ ਜੀਰੇ ਕਚਹਿਰੀ ਦੇ ਵਿੱਚ ਜਦੋਂ ਆਪਾਂ ਘਪਲਾ ਫੜਿਆ ਸੀ ਕਾਂਗਰਸ ਸਰਕਾਰ 'ਚ ਤੇ ਕੱਲਾ ਹੀ ਸੀ ਮੈਂ, ਜਦੋਂ ਰੌਲਾ ਪੈ ਗਿਆ ਤੁਹਾਡੇ ਸਾਹਮਣੇ ਰੁਪਈਏ ਬਣਾਏ, ਮੈਂ ਕਿਹਾ ਅੱਜ ਵਾਲੀ ਦਿਹਾੜੀ ਵਾਪਸ ਕਰਾਉਣੀ ਆ, ਬੰਦਾ ਕਾਂਡ ਚਾਹੀਦਾ, ਉਹਦੇ ਦੀ ਤਾਂ ਨਹੀਂ ਲੋੜ ਹੁੰਦੀ। ਤੁਸੀਂ ਭਰਾਓ ਸਾਰੇ ਜਿਹੜੇ ਆ ਸਾਰੇ ਤੁਸੀਂ ਫਨੀਆਂ ਨਾ, ਜਿਹਨੂੰ ਵੀ ਆਪਾਂ ਮੇਰੇ ਤੋਂ ਤੇਜ਼ ਡੰਗ ਮਾਰਨਾ ਦੂਜੇ ਨੇ ਮਾਰਨਾ, ਕਿਉਂ ਅਸੀਂ ਸੱਚੇ ਲੋਕ ਆ। ਉਹਦਾ ਤਾਂ ਉੱਥੇ ਲੋੜ ਹੁੰਦਾ, ਬੋਰਡ ਬਣਿਆ, ਇਮਾਨਦਾਰੀ ਦਾ ਬੋਰਡ ਬਣਿਆ। ਇੱਥੇ ਦਾ ਧੰਨਵਾਦ ਸਾਡਾ ਬਾਬਾ ਜੀ ਜਿਹੜੇ ਗੁਰਸੇਵਕ ਸਿੰਘ ਜੀ ਆ ਸ਼ਿੜੀ ਸਾਹਿਬ ਵਾਲੇ, ਉਹ ਸਾਡੇ ਬਹੁਤ ਸਤਿਕਾਰਯੋਗ, ਬੜਾ ਸਾਡੇ ਉੱਥੇ ਮੋਰਚੇ ਨੂੰ ਉਹਨਾਂ ਨੇ ਇੱਥੇ ਆ ਕੇ ਬੇਨਤੀ ਕੀਤੀ ਵੀ ਟਿਕਰੀ ਬਾਰਡਰ ਤੇ ਬਾਬਾ ਜੀ ਲੰਗਰ ਲਾਓ, ਮਹੀਨੇ ਵਾਸਤੇ ਲਾਓ। ਪਰ ਬਾਬਾ ਜੀ ਦੇ ਇਹਨਾਂ ਦੇ ਮੂੰਹ ਉੱਤੇ ਸ਼ਬਦ ਨਿਕਲੇ ਸੀ, ਜਿੰਨਾ ਚਿਰ ਆਪਣਾ ਮੋਰਚਾ ਸਮਾਪਤ ਨਹੀਂ ਹੁੰਦਾ। ਅਸੀਂ ਇਹਨਾਂ ਦਾ ਵੀ ਇੱਥੇ ਧੰਨਵਾਦ ਕਰਦੇ ਹਾਂ। ਕਈ ਵਾਰੀ ਕੋਈ ਫੈਸਲੇ ਆਉਂਦੇ, ਬਾਬਾ ਜੀ ਸੇਵਾ ਸਾਥੋਂ ਵੀ ਲੈਂਦੇ ਆ ਵੀ ਭਾਈ ਆ ਕੇ ਸੇਵਾ ਕਰੋ। ਮੈਂ ਕੱਲੇ ਵਰਕਰ ਨੂੰ ਐਂ ਕਿਉਂ ਆਪਾਂ ਨੂੰ ਛੇਤੀ ਜਿਆਦੀ ਹੋ ਜਾਂਦੀ ਆ ਵੀ ਆਪਾਂ ਮੋਰਚੇ ਤੇ ਜਾਣਾ, ਮੋਰਚੇ ਤੇ ਭੀੜ ਪਈ ਆ। ਪ੍ਰਧਾਨ ਜੀ ਸਵੇਰ ਦਾ ਜਿਹੜਾ ਨਾ ਕੁਦਰਤੀ ਇਹ ਟਾਈਮ ਪਹਿਲਾਂ ਰੱਖਿਆ ਗਿਆ ਸੀ, ਆ ਪ੍ਰਸ਼ਾਦਾ ਤਿਆਰ ਆ ਬਿਲਕੁਲ, ਉਹ ਜ਼ਰੂਰ ਛੱਕ ਕੇ ਤੁਸੀਂ ਪੰਡਾਲ ਦੇ ਵਿੱਚ ਜਾਣਾ। ਤੇ ਪ੍ਰੈਸ ਵਾਲੇ ਵੀਰ ਸਾਡੇ ਇੱਥੇ ਆਏ ਆ, ਢਿੱਲੋਂ ਸਾਹਿਬ ਆ, ਮਨਪ੍ਰੀਤ ਆ, ਸਾਡਾ ਬੇਟਾ, ਜਿੰਨੇ ਵੀ ਇੱਥੇ ਪ੍ਰੈਸ ਵਾਲੇ ਆਏ ਆ, ਤੀਰਥ ਸਿੰਘ, ਜਿੰਨੇ ਵੀ ਆਏ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਸਾਡਾ ਚੌਥਾ ਪਿੱਲਰ ਆ ਤੇ ਜਿੰਨੇ ਵੀ ਭਰਾਓ ਨਵੇਂ ਪੁਰਾਣੇ ਪਾਰਟੀਆਂ ਛੱਡ ਕੇ ਤੁਹਾਡਾ ਸਾਰਿਆਂ ਦਾ ਧੰਨਵਾਦ। ਤੇ ਖਹਿਰਾ ਸਾਹਿਬ ਮੈਂ ਤੱਕ ਤੁਸੀਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੰਗਤ ਦੇ ਵਿੱਚ ਜ਼ਰੂਰ ਹਾਜ਼ਰ ਆਓ ਤੇ ਸਾਰੇ ਆਪੋ ਆਪਣੀਆਂ ਗੱਡੀਆਂ ਲੈ ਕੇ ਆਪਾਂ ਉੱਥੇ ਜਾਣਾ। ਭਲਾ 10-15 ਘੰਟੇ ਪਿੱਛੋਂ ਵਾਪਸ ਆ ਜਾਈਏ। ਇੱਕ ਵਾਰੀ ਜਾਣਾ ਆਪਣੇ ਪ੍ਰਧਾਨ ਦਾ ਤਾਂ ਮਾਣ ਬਣਨਾ, ਆਪਾਂ ਕੱਠ ਵੱਡਾ ਲੈ ਕੇ ਜਾਈਏ। ਆ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਆ, ਇਹਨਾਂ ਦੇ ਬਾਪ ਦੇ ਨਾਲ ਵੀ ਮੈਂ ਤੇ ਗੁਰਜਾਨ ਸਿੰਘ ਨੇ ਬਹੁਤ ਕੰਮ ਕੀਤਾ। ਅਸੀਂ ਇਹਨਾਂ ਦਾ ਵੀ ਇੱਥੇ ਧੰਨਵਾਦ ਕਰਦੇ ਸਾਰੇ ਜ਼ਿਲ੍ਹੇ ਦਾ। ਪਿਛਲੇ ਲਗਭਗ 50 ਦਿਨਾਂ ਤੋਂ ਅਸੀਂ ਜਿਹੜਾ ਜੀਏ ਦੇ ਵਿੱਚ ਜੀਏ ਤੋਂ ਦੂਰ ਜਿਹੜੀ ਮਾਲਪੁਰ ਸ਼ਰਾਬ ਫੈਕਟਰੀ ਹੈ, ਉਹਦੇ ਕਾਰਨ ਜਿਹੜਾ ਸਾਡੇ ਇਲਾਕੇ ਦਾ ਪਾਣੀ ਖਰਾਬ ਹੋਇਆ, ਉਹਦੇ ਵਿਰੁੱਧ ਅਸੀਂ ਲੜਾਈ ਲੜ ਰਹੇ ਹਾਂ। ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਲਓ ਵੀ 50 ਦਿਨਾਂ ਦੇ ਲਗਭਗ ਸਾਡੀ ਲੜਾਈ ਜਿਹੜੀ ਪਹੁੰਚ ਚੁੱਕੀ ਹੈ ਤੇ ਸਾਡੀਆਂ ਸਮੇਂ ਦੀਆਂ ਸਰਕਾਰਾਂ ਨੇ ਜਿਹੜੀ ਲੋਕਾਂ ਦੀ ਮੰਗ ਉਹਦੇ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ। ਸੋ ਸਾਨੂੰ ਇਹ ਜਥੇਬੰਦੀਆਂ ਚੁਕਾਉਣਾ ਕਿਉਂ ਪਿਆ, ਸਾਨੂੰ ਜਥੇਬੰਦ ਹੋਣਾ ਕਿਉਂ ਪਿਆ, ਇਹੀ ਹੈ ਕਿ ਜਿਹੜੇ ਅਸੀਂ ਜਿਹੜੀਆਂ ਗੱਲਾਂ
वक्री कार्रवाई नहीं हुई। रात फिर जिहड़ा प्रशासन वड्डी गिनती जिहड़ी पुलिस फोर्स लैके धरने विच पाउण वास्ते पहुंचिया सी, अज फिर सवेरे 9 बजे तो जिहड़ी उत्थे फोर्स बुलाई जा रही है। असीं पहलां इत्थे आउणा सी पर उत्थे जिहड़ी काल आउण दे करके जिहड़ा सानूं फिर उत्थों जिहड़ा धरने दे विच जाना पिया। इस टाइम दी जिहड़ा उत्थों दा जिहड़ा माहौल है पूरा तनावपूर्ण है। जिहड़ी गल लोकां वास्ते है ਉਹਦੇ ਵੱਲ ਸਰਕਾਰ ਦਾ ਧਿਆਨ ਨਹੀਂ, ਜਿਹੜੀਆਂ ਗੱਲਾਂ ਸਰਕਾਰ ਨੇ ਕੀਤੀਆਂ ਸੀ ਪਰ ਉਹਨਾਂ ਤੇ ਅੱਜ ਖਰਾ ਨਹੀਂ ਉਤਰਿਆ ਜਾ ਰਿਹਾ। ਸੋ ਤੁਹਾਨੂੰ ਸਾਰਿਆਂ ਨੂੰ ਜਥੇਬੰਦ ਵੀਰਾਂ ਨੂੰ ਬੇਨਤੀ ਹੈ, ਤੁਸੀਂ ਜਥੇਬੰਦੀ ਦਾ ਹਿੱਸਾ ਹੋ। ਸੋ ਆਪਾਂ ਜਿਹੜੀਆਂ ਇਹੋ ਜਿਹੀਆਂ ਜਿੱਥੇ ਅਸੀਂ ਆਪਦੇ ਮੂਲ ਸਿਧਾਂਤਾਂ ਨਾਲ ਟੁੱਟ ਕੇ ਇਹਨਾਂ ਪਾਰਟੀਆਂ ਦੇ ਪਿੱਛੇ ਲੱਗ ਕੇ ਜਿਹੜਾ ਆਪਦਾ ਹਵਾ ਪਾਣੀ ਸਾਡੀ ਸਿਹਤ ਦਾ ਨੁਕਸਾਨ ਕਰਾ ਲਿਆ, ਇਹੋ ਜਿਹੀਆਂ ਗੱਲਾਂ ਤੋਂ ਹਟ ਕੇ ਜਿਹੜਾ ਆਪਣੇ ਕਿਤੇ ਦੀ ਲੜਾਈ ਹੈ ਉਹਦੇ ਵੱਲ ਧਿਆਨ ਦੇ ਕੇ ਸਾਡੀ ਜਥੇਬੰਦੀ ਦੇ ਵਿੱਚ ਆਉਣ ਵਾਲੇ ਸਾਡੇ ਜਿਹੜੀਆਂ ਨਵੀਆਂ ਇਕਾਈਆਂ ਬਣੀਆਂ ਜਾਂ ਹੋਰ ਸਾਡੇ ਇਸ ਪਰਿਵਾਰ ਵਿੱਚ ਸ਼ਾਮਲ ਹੋਏ ਆ, ਉਹਨਾਂ ਨੂੰ ਪਰਿਵਾਰ ਵਿੱਚ ਸ਼ਾਮਲ ਹੋਣ ਤੇ ਅਸੀਂ ਜੀਆਂ ਆਖਦੇ ਹਾਂ। ਤੇ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ ਕਿ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਅਸੀਂ ਆਪਦੇ ਕਿਤੇ ਨਾਲ ਸੰਬੰਧਿਤ ਜਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਧੱਕਾ ਹੋ ਰਿਹਾ ਉਸ ਦੇ ਖਿਲਾਫ ਜਿਹੜੀ ਹੈ ਉਹ ਆਵਾਜ਼ ਨੂੰ ਬੁਲੰਦ ਕਰੀਏ। ਅਸੀਂ ਗੁਰੂਆਂ ਪੀਰਾਂ ਦੀ ਧਰਤੀ ਜਾ ਰਹੇ ਹਨ, ਜੋ ਕਿ ਬੜੀ ਚਿੰਤਾ ਹੈ। ਇਹਦਾ ਹੱਲ ਭਰਾਵੋ ਇੱਕ ਹੀ ਹੈ ਵੀ ਜਿਸ ਤਰ੍ਹਾਂ ਆਪਣੀ ਗਿਣਤੀ ਘਟਦੀ ਜਾਂਦੀ ਆ, ਜਾਂ ਤਾਂ ਆਪਣੇ ਬੱਚੇ 4-4 5-5 ਹੋਣ। ਇਹ ਆਪਾਂ ਕਰ ਨਹੀਂ ਸਕਦੇ ਕਿਉਂਕਿ ਆਪਣੀ ਜਾਇਦਾਦ ਘਟਦੀ ਆ। ਇਸ ਕਰਕੇ ਹੋਰ ਆਪਣੇ ਕੋਲੇ ਕੋਈ ਹੱਲ ਨਹੀਂ ਬਚਦਾ। ਇਸ ਦੇ ਵਾਸਤੇ ਆਪਾਂ ਨੂੰ ਇਹ ਹੈ ਕਿ ਆਪਾਂ ਇਕੱਠੇ ਹੋਈਏ, ਇੱਕ ਦੂਜੇ ਦਾ ਸਾਥ ਦਈਏ। ਇਹ ਯੂਨੀਅਨ ਹੀ ਐਸੀ ਚੀਜ਼ ਹੈ ਕਿ ਹਰੇਕ ਬੰਦੇ ਦਾ ਸਾਥ ਦਿੰਦੀ ਹੈ। ਜੋ ਆਪਾਂ ਇਹਦੇ ਮੈਂਬਰਸ਼ਿਪ ਕਰਵਾ ਲੈਂਦੇ ਇਹਨਾਂ ਦੇ ਨਾਲ ਸ਼ਾਮਲ ਹੋ ਜਾਂਦੇ ਆ। ਭਰਾ ਵੀ ਭਰਾ ਦੇ ਨਾਲ ਨਹੀਂ ਖੜਦਾ। ਯੂਨੀਅਨ ਹੀ ਐਸੀ ਚੀਜ਼ ਹੈ ਕਿ ਸਾਰੀ ਯੂਨੀਅਨ ਕਿਸੇ ਇੱਕ ਬੰਦੇ ਦੇ ਨਾਲ ਖੜਦੀ ਆ ਜਦੋਂ ਕਿਸੇ ਦੇ ਨਾਲ ਧੱਕਾ ਹੁੰਦਾ। ਇਹ ਖਾਸ ਬੇਨਤੀ ਆ ਭਰਾਵੋ ਕਿ ਯੂਨੀਅਨ ਦਾ ਸਾਥ ਦਿਆ ਕਰੋ। ਜੇ ਆਪਾਂ ਵੀ ਸਾਥ ਦਈਏ ਫਿਰ ਅਗਲੇ ਦਾ ਵੀ ਹੱਕ ਬਣਦਾ ਕਿ ਉਹ ਵੀ ਤੁਹਾਡਾ ਸਾਥ ਦਿੰਦਾ। ਕੰਮ ਹੀ ਐਸੇ ਹੋ ਚੱਲੇ ਆ ਕਿ ਪਿਛਲੇ ਦਿਨੀ ਕੋਈ ਰਿਸ਼ਤੇਦਾਰ ਸੀ ਸਾਡਾ ਮੋਗਾ ਵਿਖੇ ਜੋ ਸਿੱਧੂਪੁਰ ਵਾਲਿਆਂ ਨੇ ਧਰਨਾ ਲਾਇਆ, ਬਿਲਕੁਲ ਨਜਾਇਜ਼ ਉਹਦੇ ਤੇ ਪਰਚਾ ਪਾਇਆ ਗਿਆ। ਪਰਚਾ ਕੀ ਜਾਤੀ ਸੂਚਕ ਦਾ ਨਾਮ ਲੈ ਕੇ ਉਹ ਮੁੰਡੇ ਨੂੰ ਅੰਦਰ ਡੱਕਿਆ। ਅੱਜ 15 ਦਿਨ ਹੋ ਚੱਲੇ ਆ। ਇਹ ਇਸੇ ਤਰ੍ਹਾਂ ਭਰਾਵੋ ਜੋ ਆਪਣੇ ਨਾਲ ਧੱਕੇ ਹੋ ਰਹੇ, ਕਿਸੇ ਸਰਕਾਰ ਨੇ ਆਪਣਾ ਹੱਥ ਨਹੀਂ ਫੜਨਾ। ਇਸ ਕਰਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਯੂਨੀਅਨ ਦਾ ਸਾਥ ਦਿਆ ਕਰੋ ਤੇ ਬਹੁਤ ਵੱਡੀ ਗਿਣਤੀ 'ਚ ਆਏ ਹੋ। ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਪ੍ਰਧਾਨ ਤੇ ਸਾਰੇ ਕਿਸਾਨ ਵੀਰੋ ਪਹਿਲੇ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਇੱਥੇ ਫਿਰੋਜ਼ਪੁਰ ਯੂਨਿਟ ਨੂੰ ਵਧਾਈ, ਇਹਨਾਂ ਨੇ ਆਪਣੇ ਪਰਿਵਾਰ ਵੱਡਾ ਕੀਤਾ। ਤੇ ਪਰ ਮੈਂ ਤਾਂ ਜਦੋਂ ਯੂਨਿਟ ਤੋਂ ਪਹਿਲੇ ਦਰਸ਼ਨ ਪਾਸ ਮੇਰੇ ਤੋਂ ਪਹਿਲਾਂ ਆਏ ਹੋਏ ਸੀ। ਪਹਿਲਾਂ ਹੀ ਮੈਂ ਬੈਚ ਲਾ ਰਿਹਾ ਸੀ, ਤਾਂ ਹੀ ਹੱਸਦੇ ਵੀ ਬੈਚ ਤਾਂ ਉਹਨਾਂ ਲਾਉਣੇ ਸਿਖਾਏ ਸੀ ਤੇ ਮੈਂ ਲਾਉਣ ਲੱਗਿਆ। ਇਹ ਕੁਦਰਤ ਦਾ ਪਤਾ ਨਹੀਂ ਕਿਹੜਾ ਨਿਯਮ ਆ, ਉਹਦੀ ਕਿਵੇਂ ਲਿਖੀ ਆ, ਉਹਨੇ ਉੱਦਾਂ ਹੀ ਕਰਾਉਣਾ, ਜੋ ਕਰਾਉਣਾ ਉਹਨੇ ਹੀ ਕਰਵਾਉਣਾ। ਤਾਂ ਬੈਚ ਲਾਉਣ ਲੱਗੇ ਤਾਂ ਅਸੀਂ ਸੀ ਵੀ ਉਹ ਲਾਉਣੇ ਤਾਂ ਉਹਨਾਂ ਨੇ ਸਿਖਾਏ ਸੀ ਸਾਨੂੰ। ਇਸ ਪਾਸੇ ਨੂੰ ਜਾਣ ਨੂੰ ਤੇ ਸਮਾਂ ਆ ਜਾਂਦਾ। ਚਲੋ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਹਾਂ, ਮਨੋਂ ਹਮੇਸ਼ਾ ਰੱਖਦੇ ਹਾਂ। ਜਿੱਥੇ ਵੀ ਕੰਮ ਕੀਤਾ, ਜਿਹਦੇ ਨਾਲ ਵੀ ਕੰਮ ਕੀਤਾ, ਅੱਜ ਤੱਕ ਉਸ ਨੂੰ ਬੁਰਾ ਨਹੀਂ ਕਦੀ ਕਿਹਾ। ਜਿਹਦੇ ਨਾਲ ਵੀ ਕੰਮ ਕੀਤਾ ਸਾਥ ਛੁੱਟ ਜਾਂਦੇ ਆ, ਸਾਥ ਆ ਜਾਂਦੇ ਆ, ਫੇਰ ਗੱਡੀ ਚੱਲਦੀ ਰਹਿੰਦੀ ਹੈ। ਤੁਸੀਂ ਆਪਣੇ ਵਿਚਾਰਾਂ ਨਾਲ ਪੱਕੇ ਰਹੋ। ਜਿਹੜੇ ਵਿਚਾਰ ਤੁਹਾਡੇ ਅੰਦਰੋਂ ਨੇ ਉਹੀ ਮੂੰਹ ਤੇ ਹੋਣ, ਉਹੀ ਤੁਹਾਡੇ ਕਰਮਾਂ 'ਚ ਦਿਖਣ, ਉਹੀ ਚੱਲਦੇ ਹੋਇਆ। ਸਾਡੇ ਪਾਣੀ ਨਾਲ ਜੁੜੇ ਹੋਇਆ ਤੇ ਸਾਡੇ ਇਸ ਇੱਕ ਤਰ੍ਹਾਂ ਨਾਲ ਪ੍ਰਸ਼ਾਸਨਿਕ ਜਿਹੜਾ ਵਿਵਸਥਾ ਹੈ ਉਹਦੇ ਨਾਲ ਜੁੜੇ ਹੋਏ ਮਸਲੇ ਸੀ। ਉਹਨਾਂ ਮਸਲਿਆਂ ਲਈ ਅਸੀਂ ਕਦੇ ਇਕੱਠੇ ਨਹੀਂ ਹੋਏ ਸੀ। ਸੋ ਤੁਸੀਂ ਵਧਾਈ ਦੇ ਹੱਕਦਾਰ ਹੋ ਕਿ ਅੱਜ ਉਹਨਾਂ ਮਸਲਿਆਂ ਨੂੰ ਤੁਸੀਂ ਸਮਰਪਿਤ ਹੋਏ ਹੋ, ਉਹਨਾਂ ਮਸਲਿਆਂ ਨੂੰ ਤੁਸੀਂ ਮੁਖਾਤਬ ਹੋਏ ਹੋ। ਦੂਸਰੀ ਵੱਡੀ ਗੱਲ ਇਹ ਕਿ ਇਸ ਇਲਾਕੇ ਦੇ ਵਿੱਚ ਸਾਡੇ ਬਹੁਤ ਹੀ ਸੂਝਵਾਨ ਕਿਸਾਨ ਆਗੂ
ਸਰਦਾਰ ਸੁਖਦੇਵ ਸਿੰਘ ਜੀ ਸਨੇਰ, ਹਰਪ੍ਰੀਤ ਸਿੰਘ ਲੌਂਗੋਦੇਵਾ, ਜਸਪ੍ਰੀਤ ਸਿੰਘ, ਸਰਦਾਰ ਪ੍ਰੀਤਮ ਸਿੰਘ ਜੀ ਤੇ ਹੋਰ ਸਾਡੇ ਕਿਸਾਨ ਆਗੂ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਕਾਦੀਆਂ ਯੂਨੀਅਨ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਆਪਣਾ ਫੈਲਾਅ ਕਰ ਰਹੇ ਆ ਤੇ ਵੱਡੇ ਜਿਹੜੇ ਸੂਝਵਾਨ ਕਿਸਾਨ ਨੇ ਉਹ ਉਹਨਾਂ ਦੇ ਨਾਲ ਜੁੜ ਰਹੇ ਆ ਤੇ ਕਿਸਾਨਾਂ ਦੇ ਮਸਲੇ ਜਿਹੜੇ ਨੇ ਉਹ ਲਗਾਤਾਰ ਹੱਲ ਕਰ ਰਹੇ ਆ ਤੇ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਸਾਡੇ ਯੋਧੇ ਨੇ ਉਹ ਇੱਕ ਤਰ੍ਹਾਂ ਨਾਲ ਨਿਸ਼ਕਾਮ ਸੇਵਾ ਕਰ ਰਹੇ ਆ ਕਿ ਜਿਹੜੇ ਮਸਲੇ ਮੁਸ਼ਕਲਾਂ ਮੁਸੀਬਤਾਂ ਦੇ ਵਿੱਚ ਲੋਕ ਫਸੇ ਹੋਏ ਆ। ਜਿਵੇਂ ਪਿਛਲੇ ਦਿਨੀ ਇੱਕ ਇੱਥੋਂ ਨੇੜਲੇ ਪਿੰਡ ਦਾ ਕਿਸਾਨ ਸੀ ਜਿਹਦਾ ਕਰਜ਼ਾ ਜਿਹੜਾ ਉਹ 3 ਲੱਖ ਰੁਪਇਆ ਕਰਜ਼ਾ ਲਿਆ ਤੇ 3 ਲੱਖ ਦਾ 30 ਲੱਖ ਰੁਪਇਆ ਬਣ ਗਿਆ ਤੇ ਉਹ ਅਸੀਂ ਉੱਥੇ ਸਾਡੇ ਹੀ ਘਰ ਬੈਠ ਕੇ ਅਸੀਂ ਉਹਦਾ 10 ਲੱਖ ਦੇ ਵਿੱਚ ਫੈਸਲਾ ਕਰਵਾਇਆ। ਉਹ ਪਰਿਵਾਰ ਬੇਹੱਦ ਖੁਸ਼ ਹੈ ਜਿਹਦੇ ਇੱਕ ਤਰ੍ਹਾਂ ਨਾਲ ਕੁਰਕੀ ਹੋਣ ਜਾ ਰਹੀ ਸੀ। ਸਰਦਾਰ ਪ੍ਰੀਤਮ ਸਿੰਘ ਹੋਰਾਂ, ਸੁਖਦੇਵ ਸਿੰਘ ਹੋਰਾਂ ਤੇ ਦਰਸ਼ਨ ਸਿੰਘ ਹੋਰਾਂ ਅਸੀਂ ਪੂਰੇ ਜ਼ੋਰ ਦੇ ਨਾਲ ਉਹ ਮਸਲੇ ਨੂੰ ਹੱਲ ਕਰਾਇਆ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲੇ ਨੇ ਜਿਹੜੇ ਕਿਸਾਨਾਂ ਦੇ ਜਿਨ੍ਹਾਂ ਦੇ ਵਿੱਚ ਉਹ ਬੁਰੀ ਤਰ੍ਹਾਂ ਫਸੇ ਹੋਏ ਆ। ਇਹਨਾਂ ਸਾਰਿਆਂ ਮਸਲਿਆਂ ਨੂੰ ਤੁਸੀਂ ਮੁਖਾਤਬ ਹੋ ਰਹੇ ਹੋ, ਇਹ ਬਹੁਤ ਚੰਗੀ ਗੱਲ ਹੈ। ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਤੁਹਾਡਾ ਇਹ ਇਕੱਠ ਹੈ ਇਹਨੂੰ ਇਕੱਠ ਨੂੰ ਇਸ ਤਰ੍ਹਾਂ ਨਾ ਸਮਝ ਲਿਓ ਕਿ ਇੱਕ ਸਾਡੇ ਇਲਾਕੇ ਦੇ ਜੁਝਾਰੂ ਆਗੂ ਸਰਦਾਰ ਪ੍ਰੀਤਮ ਸਿੰਘ ਉਹ ਅੱਜ ਸਾਡੇ ਵਿੱਚ ਸ਼ਾਮਲ ਹੋ ਰਹੇ ਆ, ਕਾਦੀਆਂ ਯੂਨੀਅਨ ਦੇ ਵਿੱਚ ਸ਼ਾਮਲ ਹੋ ਰਹੇ ਆ। ਸਰਦਾਰ ਦਰਸ਼ਨ ਸਿੰਘ ਮੀਆਂ ਸਿੰਘ ਵਾਲਾ ਉਹ ਕਾਦੀਆਂ ਯੂਨੀਅਨ ਦੇ ਵਿੱਚ ਸ਼ਾਮਲ ਹੋ ਰਹੇ ਆ। ਇਹਨਾਂ ਨੂੰ ਇੱਥੋਂ ਤੱਕ ਸੀਮਤ ਨਾ ਸਮਝ ਲਿਓ, ਬਲਕਿ ਤੁਸੀਂ ਲੋਕ ਅੱਜ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦੇ ਇਕੱਠ ਕਰਕੇ ਵੱਖ-ਵੱਖ ਥਾਵਾਂ ਤੇ ਆਪਣੇ ਹੱਕਾਂ ਦੀ ਲੜਾਈ ਲੜ ਕੇ ਪੂਰੇ ਪੰਜਾਬ ਦੇ ਵਿੱਚ ਕਿਸਾਨ ਯੂਨੀਅਨਾਂ ਇਕੱਠੀਆਂ ਹੋ ਕੇ ਉਹ ਇੱਕ ਤਰ੍ਹਾਂ ਨਾਲ ਨਵੇਂ ਪੰਜਾਬ ਦੀ ਸਿਰਜਣਾ ਕਰਨ ਜਾ ਹਿੰਦੁਸਤਾਨ ਦਾ ਸਾਰਾ ਕਾਰੋਬਾਰ ਭਾਵੇਂ ਕੋਈ ਲੇਬਰ ਹੋਵੇ, ਭਾਵੇਂ ਕੋਈ ਟਰਾਂਸਪੋਰਟ ਹੋਵੇ, ਭਾਵੇਂ ਬਾਜ਼ਾਰ ਹੋਣਾ, ਭਾਵੇਂ ਹੋਰ ਵੀ ਕੋਈ ਇਸ ਖੇਤੀ ਦੇ ਨਾਲ ਜੁੜਿਆ ਧੰਦਾ, ਜਦੋਂ ਆਪਣੀ ਫਸਲ ਆ ਜਾਂਦੀ ਆ ਉਸ ਤੋਂ ਬਾਅਦ ਨਵਾਂ ਲੈਣ ਦੇਣ ਸ਼ੁਰੂ ਹੁੰਦਾ। ਉਸ ਤੋਂ ਪਹਿਲਾਂ ਆਪਾਂ ਜ਼ਬਾਨ ਹੱਥ ਉਧਾਰ ਬਾਜ਼ਾਰਾਂ ਦੇ ਵਿੱਚੋਂ ਹੋਰ ਵੀ ਕੋਈ ਸਾਜੋ ਸਮਾਨ ਜਦੋਂ ਆਪਾਂ ਖਰੀਦ ਕੇ ਲਿਆਉਂਦੇ ਆ ਤਾਂ ਕਹਿੰਦੇ ਆ ਜਦੋਂ ਫਸਲ ਆਊਗੀ, ਸੌਣੀ ਆਊ, ਹਾੜੀ ਆਊ, ਉਸਦਾ ਆਪਾਂ ਭੁਗਤਾਨ ਕਰਦੇ ਆ। ਉਸਦਾ ਭੁਗਤਾਨ ਕਰਕੇ ਉਸ ਤੋਂ ਅੱਗੇ ਨਵੀਂ ਜਿਹੜੀ ਖੇਤੀ ਦੀ ਸ਼ੁਰੂਆਤ ਕਰਦੇ ਆ। ਸਾਰਾ ਦਾਰੋਮਦਾਰ ਖੇਤੀ ਦੇ ਨਿਰਭਰ ਆ। ਹਜ਼ਾਰਾਂ ਕਰੋੜ ਲੋਕ ਜਿਹੜਾ ਖੇਤੀ ਦੇ ਉੱਤੇ ਜਿਹੜਾ ਆਪਣੀ ਰੋਜੀ ਰੋਟੀ ਕਮਾ ਕੇ ਆਪਣੇ ਪਰਿਵਾਰ ਪਾ ਰਹੇ ਆ। ਆਪਾਂ ਵੀ ਖੇਤੀ ਦੇ ਨਾਲ ਸੰਬੰਧ ਆਪਣਾ ਸਾਰੇ ਕਿਸਾਨ ਭਰਾਵਾਂ ਦਾ, ਕਿਉਂਕਿ ਅੱਜ ਆਪਾਂ ਜੇ ਖੇਤੀ ਕਰਦੇ ਆ ਦੇਸ਼ ਨੂੰ ਆਪਾਂ ਆਤਮ ਨਿਰਭਰ ਬਣਾ ਦਿੱਤਾ। ਅੱਜ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ, ਬੜੀਆਂ ਆਪਾਂ ਫਸਲਾਂ ਪੈਦਾ ਕਰਦੇ ਆ, ਜਿਵੇਂ ਆਪਾਂ ਚਾਵਲ ਪੈਦਾ ਕਰਦੇ ਆ, ਕਣਕ ਪੈਦਾ ਕਰਦੇ ਆ, ਗੰਨਾ ਪੈਦਾ ਕਰਦੇ ਆ, ਦਾਲਾਂ ਪੈਦਾ ਕਰਦੇ ਆ, ਸਬਜ਼ੀਆਂ ਪੈਦਾ ਕਰਦੇ ਆ। ਆਪਦੀ ਜਿਹੜੀ ਇਹ ਦਸਾਂ ਨਾਵਾਂ ਦੀ ਤੁਹਾਡੀ ਗੈਰਤਾ, ਜਿਹੜੀ ਖੂਨ ਪਸੀਨੇ ਦੀ ਤੁਹਾਡੀ ਕਮਾਈ ਆ ਗਈ, ਇਹ ਤੁਸੀਂ ਪੈਦਾ ਕਰਕੇ ਆਪਣੇ ਪਰਿਵਾਰ ਦੇ ਜੀ ਪਾਲਦੇ ਆ। ਅੱਜ ਬੜਾ ਸੁਭਾਗਾ ਸਮਾਂ ਮਿਲਿਆ, ਆਪਾਂ ਛੇਵੇਂ ਪਾਤਸ਼ਾਹ ਦੀ ਧਰਤੀ ਦੇ ਅੱਜ ਸਾਰੇ ਕਿਸਾਨ ਇਕੱਠੇ ਹੋਏ ਆ। ਮੌਕਾ ਮਿਲਿਆ ਕਿਉਂਕਿ ਸਮਾਂ ਉਡੀਕ ਕਰਦਾ ਸੀਗਾ। ਅੱਜ ਕਿਉਂਕਿ ਸਰਦਾਰ ਆਪਣੇ ਦਰਸ਼ਨ ਸਿੰਘ ਮੀਆਂ ਸਿੰਘ ਵਾਲਾ ਜਿਨ੍ਹਾਂ ਨੇ 40 ਸਾਲ ਤੋਂ ਲੰਬਾ ਸਮਾਂ ਕਿਸਾਨ ਜਥੇਬੰਦੀਆਂ ਦੇ ਵਿੱਚ ਕੰਮ ਕੀਤਾ, ਲੱਖੋਵਾਲ ਜਥੇਬੰਦੀ ਦੇ ਵਿੱਚ ਇਹਨਾਂ ਨੇ ਬੜਾ ਵੱਡਾ ਕੰਮ ਕੀਤਾ। ਅੱਜ ਉਹ ਸਾਡੇ ਦਰਮਿਆਨ ਉਹਨਾਂ ਨੇ ਤਕਰੀਬਨ ਜਿੰਨੀਆਂ ਵੀ ਨਵੀਆਂ ਇਕਾਈਆਂ ਬਣਾਉਣੀਆਂ ਅਸੀਂ ਉਹਨਾਂ ਦੇ ਨਾਮ ਲਵਾਂਗੇ। ਪਹਿਲਾਂ ਆਪਣੇ
ਆਗੂ ਦੀ ਹੁਣ ਆਪਣੀ ਰਸਮਾਂ ਤੋਂ ਨਾਲ ਹੀ ਉੱਥੇ ਉਹਨਾਂ ਨਾਰਾ ਲਾਇਆ ਕਿ ਉਤਮ ਖੇਤੀ ਮਧਮ ਵਪਾਰ ਤੇ ਖੇਤੀ ਚਾਕਰੀ, ਜੋ ਕਿ ਗੁਰੂ ਮਹਾਰਾਜ ਨੇ ਖੇਤੀ ਨੂੰ ਸਭ ਤੋਂ ਉਤਮ ਧੰਦਾ ਦਾ ਦਰਜਾ ਦਿੱਤਾ ਸੀ। ਲੇਕਿਨ ਇਹ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਖੇਤੀ ਦਾ ਪ੍ਰਬੰਧਨ ਢੰਗ ਕੀਤਾ, ਜੋ ਕਿ ਖੇਤੀ ਗੁਰੂ ਮਹਾਰਾਜ ਦੇ ਬਚਨਾਂ ਦੇ ਨਾਲ ਇੱਕ ਰਾਹ ਧੰਦਾ ਹੁੰਦਾ ਸੀ। ਇਹਨਾਂ ਸਿਆਸੀ ਬੰਦਿਆਂ ਨੇ ਆਪਣੀਆਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਇੱਕ ਧੰਦੇ ਨੂੰ ਸਾਹਮਣੇ ਲਗਾਵਾ ਭੇਜ ਦਿੱਤਾ। ਇਸ ਧੰਦੇ ਤੇ ਆਪਾਂ ਸਾਰੇ ਮੇਰੇ ਵੀ ਜੁੜ ਕੇ ਬੈਠੇ ਹਾਂ, ਕਿਉਂਕਿ ਪੰਜਾਬ ਸੂਬਾ ਇੱਕ ਖੇਤੀ ਪ੍ਰਧਾਨ ਸੂਬਾ ਹੈ, ਜੋ ਕਿ ਤਕਰੀਬਨ 70% ਪਾਪੂਲੇਸ਼ਨ ਖੇਤੀ ਦੇ ਧੰਦੇ ਤੇ ਨਿਰਭਰ ਕਰਦੀ ਹੈ। ਆਪਾਂ ਸਾਰੇ ਕਿਸਾਨਾਂ ਵੀਰਾਂ ਦਾ ਜੋ ਕਿ ਘਰ ਦਾ ਗੁਜ਼ਾਰਾ ਤੇ ਇਸ ਖੇਤੀ ਤੇ ਹੀ ਨਿਰਭਰ ਹੈ। ਲੇਕਿਨ ਇੱਕ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਇੱਕ ਨਵੀਂ ਫੈਕਟਰੀ ਮਨਜ਼ੂਰ ਹੋ ਗਈ ਹੈ, ਜਿਹਦਾ ਸਮਾਂ ਕਹਿੰਦੇ ਹੀ ਸਾਨੂੰ ਪਤਾ ਲੱਗ ਗਿਆ, ਔਰ ਅਸੀਂ ਇਸੇ ਫੈਕਟਰੀ ਦੇ ਆਸੇ-ਪਾਸੇ ਦੇ ਪਿੰਡਾਂ ਦਾ ਹਾਲ ਵੇਖ ਕੇ ਸਾਨੂੰ ਵੀ ਯਾਦ ਆ ਗਈ ਹੈ ਕਿ ਅਸੀਂ ਵੀ ਉਹਦੇ ਵਾਸਤੇ ਕੁਝ ਉਪਰਾਲਾ ਕਰੀਏ। ਸੋ ਅਸੀਂ ਸਾਰੇ ਹੀ ਜਿੰਨੇ ਸਾਡੇ ਆਸੇ-ਪਾਸੇ ਦੇ ਪਿੰਡ ਨੇ 21 ਪਿੰਡਾਂ ਦੇ ਵਿੱਚ ਪੰਚਾਇਤਾਂ ਤੋਂ ਮਤੇ ਪਵਾ ਕੇ ਅਸੀਂ ਡੀਸੀ ਸਾਹਿਬ ਨੂੰ ਦਿੱਤੇ ਹੋਏ ਨੇ, ਔਰ ਪੂਰੇ ਪਿੰਡਾਂ ਦੇ ਵਿੱਚ ਅਸੀਂ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਕਿ ਅਸੀਂ ਕੋਈ ਵੀ ਕੁਰਬਾਨੀ ਸਾਨੂੰ ਦੇਣੀ ਪਵੇ, ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਣੀ। ਸੋ ਮੈਂ ਸਿਰਫ ਇਹੋ ਹੀ ਅਪੀਲ ਕਰਨੀ ਸੀ ਪੂਰੇ ਜ਼ਿਲ੍ਹੇ ਦੇ ਕਿਸਾਨ ਵੀਰਾਂ ਨੂੰ ਕਿ ਅਸੀਂ ਉੱਥੇ ਸੰਘਰਸ਼ ਚਾਲੂ ਕਰ ਦਿੱਤਾ ਹੈ। ਪੂਰੇ ਪਿੰਡਾਂ ਦੀਆਂ ਸੰਗਤਾਂ ਜਿਹੜੀਆਂ ਨੇ, ਪੂਰੇ ਪਿੰਡਾਂ ਦੀਆਂ ਪੰਚਾਇਤਾਂ ਸਾਡੇ ਨਾਲ ਨੇ, ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਹੈ ਕਿ ਕੋਈ ਵੀ ਆਪਾਂ ਨੂੰ ਐਕਸ਼ਨ ਲੈਣਾ ਪਵੇ, ਕੋਈ ਵੀ ਸੰਘਰਸ਼ ਕਰਨਾ ਪਵੇ, ਅਸੀਂ ਇਹ ਫੈਕਟਰੀ ਇੱਥੇ ਨਹੀਂ ਲੱਗਣ ਦੇਣੀ। ਸੋ ਮੈਂ ਸਾਰੇ ਹੀ ਕਿਸੇ ਜ਼ਿਲ੍ਹੇ ਦੇ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦਾ ਕਿ ਸਾਰੇ ਹੀ ਜ਼ਿਲ੍ਹੇ ਦੇ ਕਿਸਾਨ ਵੀਰ ਇਸ ਕੰਮ ਵਿੱਚ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣ। ਕੋਈ ਵੀ ਸਾਨੂੰ ਲੋੜ ਪਈ ਅਸੀਂ ਤੁਹਾਡੇ ਤੱਕ ਪਹੁੰਚ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਨਾਲ ਜਦੋਂ ਕਿਸਾਨ ਮੋਰਚਾ ਦਿੱਲੀ ਦੇ ਵਿੱਚ ਲੱਗਾ ਸੀ, ਉਦੋਂ ਵੀ ਸਾਰੇ ਸਾਬਕਾ ਸੈਨਿਕ ਇਸ ਕਿਸਾਨ ਦੇ ਨਾਲ ਜੁੜੇ ਸੀ, ਕਿਉਂਕਿ ਆਪਣਾ ਜੋ ਇੱਕ ਨਾਰਾ ਹੈ ਜੈ ਜਵਾਨ ਜੈ ਕਿਸਾਨ, ਤੇ ਰਲ ਕੇ ਹੀ ਕੰਮ ਚੱਲਦਾ ਹੈ। ਜ਼ਿਆਦਾ ਸਮੇਂ ਨਹੀਂ ਰਹਿਣਾ ਵੀਰੋ, ਏਕਤਾ ਦੀ ਬਹੁਤ ਜ਼ਰੂਰਤ ਹੈ। ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਉਹ ਦਿਨੋਂ ਦਿਨ ਆਪਣੀ ਲੁੱਟ ਖਸੁੱਟ ਕਰ ਰਹੀਆਂ ਨੇ। ਜਿਹੜੀ ਕਿਸਾਨ ਨੂੰ ਜਿਹੜੀਆਂ ਖਾਦਾਂ ਆ ਰਹੀਆਂ ਉਹ ਵੀ ਡੁਪਲੀਕੇਟ, ਤੇ ਬਾਕੀ ਸਪਰੇਆਂ ਵੀ ਡੁਪਲੀਕੇਟ, ਤੇ ਦਿਨ ਬ ਦਿਨ ਜੋ ਹੈ ਇਹ ਆਪਣੇ ਉੱਪਰ ਮਾਰ ਕਰ ਰਹੇ ਨੇ ਤੇ ਆਪਾਂ ਨੂੰ ਥੱਲੇ ਨੂੰ ਲਿਜਾ ਰਹੇ ਨੇ। ਆਪ ਏਕਾ ਕਰੋਗੇ, ਜਿੱਥੇ ਜਿੱਥੇ ਆਪ ਚੈੱਕ ਕਰ ਰਹੇ ਹੋ ਉੱਥੇ ਉੱਥੇ ਸੁਧਾਰ ਹੋ ਰਿਹਾ ਹੈ। ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਣਾ ਕਿ ਫਿਰੋਜ਼ਪੁਰ ਦੀ ਸਾਬਕਾ ਸੈਨਿਕ ਜੋ ਪਿਛਲੇ ਹਫ਼ਤੇ ਅਸੀਂ ਇੱਕ ਸੰਯੁਕਤ ਜਵਾਨ ਮੋਰਚਾ ਮਾਲਵਾ ਜ਼ੋਨ ਦੇ ਵਿੱਚ ਖੜਾ ਕੀਤਾ ਹੈ, ਤੇ ਉਸ ਤੋਂ ਬਾਅਦ ਅਸੀਂ ਮਾਝੇ ਤੇ ਦੁਆਬੇ ਦੇ ਵਿੱਚ ਵੀ ਜਾ ਰਹੇ ਹਾਂ। ਅਸੀਂ ਵਾਅਦਾ ਕਰਨੇ ਆ ਕਿ ਜਿੱਥੇ ਕਿਸਾਨ ਭਰਾ ਸਾਡੇ ਧਰਨਾ ਲਾਉਣਗੇ, ਜਿੱਥੇ ਜ਼ਰੂਰਤ ਹੋਏਗੀ ਉੱਥੇ ਸਾਡੇ ਫੌਜੀ ਵੀਰ ਵੀ ਪਹੁੰਚਣਗੇ। ਇਹਨਾਂ ਕੋਈ ਬੋਲਦਿਆਂ ਹੋਇਆ ਕੋਈ ਗਲਤੀ ਹੋ ਗਈ ਹੋਵੇ ਸਾਧ ਸੰਗਤ ਬਖਸ਼ਣ। ਜੋ ਬਲਜਿੰਦਰ ਸਿੰਘ ਬੱਬੀ, ਮੀਤ ਪ੍ਰਧਾਨ ਪੰਜਾਬ, ਸਰਦਾਰ ਸੁਪੂਰਨ ਸਿੰਘ ਬਰਨਾਲਾ, ਮੀਤ ਪ੍ਰਧਾਨ ਪੰਜਾਬ ਮੰਡੀ ਅਤੇ ਜ਼ਿਲ੍ਹਿਆਂ ਦੇ ਆਗੂ ਸਾਹਿਬਾਨ, ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਸਾਰੇ ਮੇਰੇ ਸਤਿਕਾਰਯੋਗ ਕਿਸਾਨ ਵੀਰੋ, ਬੁਲਾਓ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨੂੰ ਭੁੱਲਿਆ ਨਹੀਂ ਕਿਹਾ ਜਾ ਸਕਦਾ, ਕਿਉਂਕਿ ਬੜਾ ਲੰਮਾ ਸਮਾਂ ਆਪਾਂ ਸਾਰਿਆਂ ਨੇ ਇਕੱਠਿਆਂ ਨੇ ਕਿਸਾਨੀ ਲਈ ਸੰਘਰਸ਼ ਕੀਤੇ ਆ, ਬੜੇ ਸੰਘਰਸ਼ ਲੜੇ ਆ। ਸੋ ਜਿਹੜਾ ਹੁਣ ਸਮਾਂ ਇਹ ਕਿਸਾਨੀ ਤੇ ਬਹੁਤ ਹੀ ਭਿਆਨਕ ਤੇ ਸਮੇਂ ਦੀਆਂ ਸਰਕਾਰਾਂ ਸਾਡੇ ਤੇ ਆਏ ਦਿਨ ਨਵੇਂ ਤੋਂ ਨਵੇਂ ਘੁਆੜੇ ਚਲਾ ਰਹੀਆਂ
ਉਸ ਨੂੰ ਰੋਕਣ ਵਾਸਤੇ ਸਾਨੂੰ ਏਕੇ ਦੀ ਜ਼ਰੂਰਤ ਆ। ਸੋ ਇਕੱਠੇ ਹੋ ਕੇ ਇਹਨਾਂ ਸਰਕਾਰਾਂ ਤੋਂ ਆਪਣੇ ਹੱਕ ਲੈਣ ਵਾਸਤੇ ਦਾਸ ਨੇ ਬੜਾ ਲੰਮਾ ਸਮਾਂ ਸਰਦਾਰ ਹਰਮੀਤ ਸਿੰਘ ਜੀ ਕਾਦੀਆਂ ਦੇ ਪਿਤਾ ਨਾਲ ਸਰਦਾਰ ਮਨਜੀਤ ਸਿੰਘ ਕਾਦੀਆਂ ਨਾਲ ਕੰਮ ਕੀਤਾ।